ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਖਬਰਾਂ ਦੀ ਨਜ਼ਰ ਮਾਰਦੇ ਹਾਂ ਉਹਨਾਂ ਖਬਰਾਂ ਉੱਪਰ। ਰਾਸ਼ਟਰਪਤੀ ਜੋ ਬਾਈਡਨ ਭਾਵੁਕ ਦਿਖਾਈ ਦਿੱਤੇ ਤੇ ਉਹਨਾਂ ਨੇ ਭਾਵੁਕ ਸਪੀਚ ਦਿੱਤੀ ਹੈ। ਇਹ ਮਾਮਲਾ ਨਿਊਯਾਰਕ ਦੇ ਬਫਲੋ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ ਉਸ ਨਾਲ ਜੁੜਿਆ ਹੋਇਆ, ਜਿਸ ਦੌਰਾਨ 10 ਜਣਿਆਂ ਦੀ ਮੌਤ ਹੋ ਗਈ। ਇਸ ਮੌਕੇ ਤੇ ਰਾਸ਼ਟਰਪਤੀ ਜੋ ਬਾਈਡਨ ਬੋਲੇ ਨੇ ਤੇ ਉਹਨਾਂ ਵੱਲੋਂ ਇਸ ਮੌਕੇ ਵੱਡਾ ਬਿਆਨ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਭਾਵੁਕ ਹੋਏ। ਉਹਨਾਂ ਨੇ ਇੱਕ ਭਾਵੁਕ ਭਾਸ਼ਣ ਬਫਲੋ ਦੀ ਗੋਲੀਬਾਰੀ ਉੱਪਰ ਦਿੱਤਾ। ਦਰਅਸਲ ਨਿਊਯਾਰਕ ਬਫਲੋ ਵਿੱਚ ਜਿਹੜੀ ਭਿਆਨਕ ਗੋਲੀਬਾਰੀ ਹੋਈ ਹੈ ਉਸ ਤੋਂ ਬਾਅਦ ਇੱਥੇ ਬਾਈਡਨ ਪਹੁੰਚੇ ਨੇ, ਜਿਸ ਮੌਕੇ ਉਹ ਕਾਫੀ ਭਾਵੁਕ ਵੀ ਨਜ਼ਰ ਆਏ। ਰਾਸ਼ਟਰਪਤੀ ਵੱਲੋਂ ਇਸ ਘਟਨਾ ਨੂੰ ਡੋਮੈਸਟਿਕ ਟੈਰਰਿਜ਼ਮ ਦੱਸਿਆ ਗਿਆ। ਉਹਨਾਂ ਬੋਲਦਿਆਂ ਕਿਹਾ ਕਿ ਵਾਈਟ ਸੁਪਰੀਮੇਸੀ ਇੱਕ ਜ਼ਹਿਰ ਹੈ। ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਬਾਈਡਨ ਵੱਲੋਂ ਪੀੜਤਾਂ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਲਈ ਦੱਸ ਦਈਏ ਕਿ ਨਿਊਯਾਰਕ ਦੇ ਬਫਲੋ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਦੌਰਾਨ 10 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਦੱਸੇ ਗਏ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਭਾਵੁਕ ਸਪੀਚ ਦਿੱਤੀ ਗਈ। ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। To carry out a murderous, racist rampage that he would live stream to the world. What happened here is simple and straightforward. Terrorism, domestic terrorism, violence inflicted in the service of hate and the vicious thirst for power that defines one group of people being inherently inferior to any other group. A hate that through the media and politics, the internet, has radicalized, angry, alienated, lost, and isolated individuals into falsely believing that they will be replaced, that's the word, replaced by the other, by people who don't look like them, and who are therefore in a perverse ideology that they possess and being fed lesser beings. I and all of you reject the lie. I call on all Americans to reject the lie. And I condemn those who spread the lie for power, political gain, and for profit. That's what it is. We've now seen too many times the deadly and destructive violence this ideology unleashes. We heard the chants, "You will not replace us," in Charlottesville, Virginia. I wasn't going to run, as the senator knows, again for president. But when I saw those people coming out of the woods of the fields in Virginia, in Charlottesville, carrying torches, shouting, "You will not replace us," accompanied by white supremacists and carrying Nazi banners, that's when I said, no. And I, honest to God, those who know me, Chuck, I wasn't going to run for certain. ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਖੂਫੀਆ ਟਨਲ ਲੱਭੀ ਹੈ, ਜਿਸ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਸੀ। ਇਸ ਟਨਲ ਦੇ ਰਾਹੀਂ ਨਸ਼ੇ ਦੀ ਸਮਗਲਿੰਗ ਕੀਤੀ ਜਾ ਰਹੀ ਸੀ। ਅਥਾਰਟੀਜ਼ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਕਿੰਨਾ ਨਸ਼ਾ ਉਹਨਾਂ ਨੇ ਬਰਾਮਦ ਕੀਤਾ ਤੇ ਕਿੰਨੇ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕਾ ਤੋਂ ਇੱਕ ਖੂਫੀਆ ਟਨਲ ਮਿਲਿਆ ਜਿਸ ਰਸਤੇ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਸੀ। ਇਸ ਬਾਰੇ US ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਵੱਡੇ ਡਰੱਗ ਸਮਗਲਿੰਗ ਟਨਲ ਬਾਰੇ ਉਹਨਾਂ ਨੂੰ ਪਤਾ ਚੱਲਿਆ। ਇਹ ਟਨਲ ਮੈਕਸੀਕੋ ਤੋਂ US ਦੇ ਇੰਡਸਟਰੀਅਲ ਏਰੀਆ ਦੇ ਵੇਅਰਹਾਊਸ ਤੱਕ ਬਣਾਇਆ ਗਿਆ। ਇਸ ਖੂਫੀਆ ਰਸਤੇ ਰਾਹੀਂ ਡਰੱਗਸ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਅਥਾਰਟੀਜ਼ ਵੱਲੋਂ ਕਾਰਵਾਈ ਕਰਦਿਆਂ 1765 ਪਾਊਂਡ ਕੋਕੇਨ, 165 ਪਾਊਂਡ ਮੈਥ ਅਤੇ 3.5 ਪਾਊਂਡ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਕਾਰਵਾਈ ਕਰਦਿਆਂ 6 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਦੀ ਉਮਰ 31 ਸਾਲ ਤੋਂ 55 ਸਾਲ ਦੇ ਵਿਚਕਾਰ ਦੱਸੀ ਗਈ। ਇਹ ਸਾਰੇ ਜਾਣੇ ਕੈਲੀਫੋਰਨੀਆ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਟਨਲਸ ਮਿਲ ਚੁੱਕੇ ਨੇ ਜਿਸ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਸੀ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਵਿੱਚ ਜਿਹੜਾ ਆਂਡਿਆਂ ਦਾ ਲੋਡ ਲੱਦਿਆ ਹੋਇਆ ਸੀ ਉਹ ਸੜਕ ਤੇ ਖਿਲਰਿਆ ਹੋਇਆ ਦਿਖਾਈ ਦਿੱਤਾ। ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਹੋ ਗਈਆਂ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਫ੍ਰੀਵੇ ਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸੜਕ ਤੇ ਵੱਡੀ ਗਿਣਤੀ ਵਿੱਚ ਟੁੱਟੇ ਹੋਏ ਆਂਡੇ ਦਿਖਾਈ ਦਿੱਤੇ।
ਦਰਅਸਲ ਇਹ ਟਰੱਕ ਆਂਡਿਆਂ ਦਾ ਲੋਡ ਲੈ ਕੇ ਜਾ ਰਿਹਾ ਸੀ, ਜਿਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਮਾਮਲਾ ਡਾਲਸ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਆਂਡੇ ਨੁਕਸਾਨੇ ਗਏ। ਇਸ ਬਾਰੇ ਲੋਕਲ ਰਿਪੋਰਟਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਹ ਹਾਦਸਾ ਤੜਕੇ 4 ਵਜੇ ਦੇ ਕਰੀਬ ਵਾਪਰਿਆ। ਵੱਡੇ ਟਰੱਕ ਵਿੱਚ 35,000 ਪਾਉਂਡ ਆਂਡੇ ਲੱਦੇ ਹੋਏ ਸਨ। ਇਸ ਦੌਰਾਨ ਟਰੱਕ ਓਵਰਪਾਸ ਬ੍ਰਿਜ ਨਾਲ ਟਕਰਾ ਗਿਆ। ਮੌਕੇ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਸੋਸ਼ਲ ਮੀਡੀਆ ਉੱਪਰ ਵੀ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਰ ਪਾਸੇ ਖਿਲਰੇ ਹੋਏ ਆਂਡੇ ਦਿਖਾਈ ਦੇ ਰਹੇ ਨੇ। ਅਥਾਰਟੀਜ਼ ਵੱਲੋਂ ਹੁਣ ਤੱਕ ਇਸ ਬਾਰੇ ਜਿਹੜੀ ਡਿਟੇਲ ਦਿੱਤੀ ਗਈ, ਉਸ ਵਿੱਚ ਦੱਸਿਆ ਗਿਆ ਕਿ ਡਰਾਈਵਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ, ਭਾਵ ਕਿ ਉਹ ਜ਼ਖਮੀ ਹੋਣ ਤੋਂ ਬਚ ਗਿਆ। ਇਸ ਤੋਂ ਇਲਾਵਾ ਹੋਰ ਵੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਡਿਟੇਲ ਸਾਹਮਣੇ ਨਹੀਂ ਆਈ, ਜੋ ਕਿ ਇੱਕ ਰਾਹਤ ਦੀ ਖਬਰ ਹੈ। ਮੌਕੇ ਵਾਲੀ ਥਾਂ ਤੇ ਕ੍ਰਿਊਜ਼ ਵੱਲੋਂ ਲਗਾਤਾਰ ਕੰਮ ਕੀਤਾ ਗਿਆ ਤਾਂ ਕਿ ਇੱਥੇ ਖਿਲਰੇ ਹੋਏ ਆਂਡਿਆਂ ਨੂੰ ਹਟਾਇਆ ਜਾਵੇ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਦੇ ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਦਿੱਤੀ ਜਾਵੇਗੀ। ਇੱਕ 11 ਸਾਲ ਦੀ ਬੱਚੀ ਨੂੰ ਅਚਾਨਕ ਗੋਲੀ ਲੱਗੀ, ਜਿਸ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਗੋਲੀ ਚਲਾ ਰਿਹਾ ਸੀ, ਪਰ ਇਹ ਗੋਲੀ 11 ਸਾਲ ਦੀ ਬੱਚੀ ਨੂੰ ਜਾ ਕੇ ਲੱਗ ਗਈ। ਪੁਲਿਸ ਵੱਲੋਂ ਇਸ ਬਾਰੇ ਅਪਡੇਟ ਦਿੱਤੀ ਗਈ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 11 ਸਾਲ ਦੀ ਬੱਚੀ ਨੂੰ ਗੋਲੀ ਲੱਗੀ ਤੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਹ ਗੋਲੀ ਇਸ ਬੱਚੀ ਵੱਲ ਨਹੀਂ ਬਲਕਿ ਕਿਸੇ ਹੋਰ ਵੱਲ ਚਲਾਈ ਗਈ ਤੇ ਅਚਾਨਕ ਇਸ ਬੱਚੀ ਨੂੰ ਗੋਲੀ ਲੱਗ ਗਈ, ਜਿਸ ਨੇ ਉਸ ਦੀ ਜਾਨ ਲੈ ਲਈ। ਅਥਾਰਟੀਜ਼ ਵੱਲੋਂ ਇਸ ਘਟਨਾ ਬਾਰੇ ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ ਦੱਸਿਆ ਗਿਆ ਕਿ ਬੱਚੀ ਨਿਊਯਾਰਕ ਨਾਲ ਸੰਬੰਧਿਤ ਹੈ। ਇੱਕ ਵਿਅਕਤੀ ਜੋ ਕਿ ਮੋਟਰਾਈਜ਼ਡ ਸਕੂਟਰ ਉੱਪਰ ਸਵਾਰ ਸੀ, ਉਸ ਵੱਲੋਂ ਕਿਸੇ ਹੋਰ ਉੱਪਰ ਗੋਲੀ ਚਲਾਈ ਗਈ, ਪਰ ਇਹ ਗੋਲੀ ਬੱਚੀ ਨੂੰ ਲੱਗ ਗਈ। ਇਸ ਘਟਨਾ ਦੀ ਨਿੰਦਾ ਡਿਪਟੀ ਚੀਫ ਵੱਲੋਂ ਵੀ ਕੀਤੀ ਗਈ, ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਮਾਮਲਾ 4:50 ਦੇ ਕਰੀਬ ਸ਼ਾਮ ਨੂੰ ਸਾਹਮਣੇ ਆਇਆ। ਜਿਸ ਬੱਚੀ ਦੀ ਮੌਤ ਹੋਈ, ਉਸ ਦਾ ਨਾਮ ਖਿਆਰਾ ਦੱਸਿਆ ਗਿਆ ਹੈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸ ਦੀ ਮੌਤ ਹੋ ਗਈ। ਹੁਣ ਅਥਾਰਟੀਜ਼ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਹੁਣ ਤੱਕ ਕੀ ਅਪਡੇਟ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। I'm with Deputy Chief Timothy McCormack, Commanding Officer, Detective Borough Bronx, and Captain Anthony Macia, Commanding Officer, 41st Precinct. The information I'm about to provide is preliminary and subject to change, as this information is only a few hours old. Today, at approximately 4:50 p.m., officers from the 41st Precinct were dispatched to Westchester Avenue and Fox Street for a female shot at that location. Upon the officers' arrival, they encountered an 11-year-old female shot in the abdomen. Officers assisted EMS in removing the child to the ambulance. She was transported to Lincoln Hospital, where she remains in critical condition. A preliminary investigation reveals that a male was running on Fox Street from Westchester Avenue towards 165th Street while being chased by two people riding a scooter. When the male being chased approached the front of 1015 Fox Street, he attempted to enter, causing the scooter to bypass the male. The male then doubled back along Fox Street towards Westchester Avenue, at which point the passenger on the scooter began to shoot at the male. One round traveled down Fox Street and struck the 11-year-old who was standing in front of 993 Fox Street. We are seeking the public's assistance in identifying both the intended target and the perpetrators in this incident. If anyone has information, please call 1-800-577. 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਨੂੰ FDA ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮਾਮਲਾ ਹੁਣ CDC ਕੋਲ ਪਹੁੰਚ ਚੁੱਕਿਆ ਹੈ। ਜੇਕਰ CDC ਨੇ ਮਨਜ਼ੂਰ ਕਰ ਦਿੱਤਾ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਹੁਣ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਈ ਜਾਵੇਗੀ। FDA ਵੱਲੋਂ ਫਾਈਜ਼ਰ COVID-19 ਬੂਸਟਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ, 5 ਸਾਲ ਤੋਂ 11 ਸਾਲ ਵਾਲਿਆਂ ਬੱਚਿਆਂ ਲਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਫਾਈਜ਼ਰ ਦੇ ਬੂਸਟਰ ਡੋਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਸ ਉਮਰ ਵਰਗ ਦੇ ਬੱਚਿਆਂ ਨੂੰ COVID-19 ਵੈਕਸੀਨ ਦੇ ਦੂਸਰੇ ਸ਼ਾਟ ਦੇ 5 ਮਹੀਨੇ ਬਾਅਦ ਬੂਸਟਰ ਸ਼ਾਟ ਲਗਾਇਆ ਜਾ ਸਕੇਗਾ। ਇਸ ਬਾਰੇ FDA ਵੱਲੋਂ ਸਟੇਟਮੈਂਟ ਰਾਹੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੂਸਟਰ ਸ਼ਾਟ 10 ਮਾਈਕਰੋਗ੍ਰਾਮ ਦਾ ਹੈ। FDA ਵੱਲੋਂ ਜਿਹੜਾ ਆਪਣਾ ਫੈਸਲਾ ਸੁਣਾਇਆ ਗਿਆ, ਇਸ ਤੋਂ ਬਾਅਦ ਇਹ ਫੈਸਲਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਤੱਕ ਜਾਏਗਾ, ਜਿੱਥੇ ਉਹ ਇਸ ਬੂਸਟਰ ਡੋਜ਼ ਸੰਬੰਧੀ ਆਪਣੀ ਰეკਮੈਂਡੇਸ਼ਨ ਜਾਰੀ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ CDC ਵੱਲੋਂ ਜੋ COVID-19 ਵੈਕਸੀਨ ਬਾਰੇ ਆંકੜਾ ਪੇਸ਼ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਹੈ
ਕਿ 28 ਮਿਲੀਅਨ 5 ਤੋਂ 11 ਸਾਲ ਵਾਲੇ ਬੱਚੇ ਅਮਰੀਕਾ ਵਿੱਚ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਵਾ ਲਏ ਹਨ। ਤੇ ਜੇਕਰ ਹੁਣ ਅਮਰੀਕਾ ਵਿੱਚ ਇਸ ਬੂਸਟਰ ਡੋਜ਼ ਨੂੰ ਮਾਨਤਾ ਦੇ ਦਿੱਤੀ ਗਈ ਤਾਂ ਇਹ ਸਾਰੇ ਬੱਚੇ ਬੂਸਟਰ ਸ਼ਾਟ ਲਗਾਉਣ ਵਾਸਤੇ ਐਲੀਜੀਬਲ ਹੋਣਗੇ, ਪਰ ਸ਼ਰਤ ਹੈ ਕਿ ਦੂਸਰੇ ਸ਼ਾਟ ਦੇ 5 ਮਹੀਨੇ ਬਾਅਦ ਹੀ ਬੂਸਟਰ ਡੋਜ਼ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫਾਈਜ਼ਰ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਉੱਪਰ ਬੂਸਟਰ ਸੰਬੰਧੀ ਜੋ ਟ੍ਰਾਇਲ ਕਰਵਾਇਆ ਗਿਆ, ਇਸ ਦੇ ਨਤੀਜੇ ਉਹਨਾਂ ਨੇ ਅਪ੍ਰੈਲ ਮਹੀਨੇ ਵਿੱਚ ਸਾਂਝੇ ਕੀਤੇ ਸੀ, ਜਿੱਥੇ ਗੱਲ ਕਹੀ ਗਈ ਸੀ ਕਿ FDA ਤੋਂ ਜਲਦ ਹੀ ਇਸ ਉਮਰ ਵਰਗ ਵਾਸਤੇ ਬੂਸਟਰ ਡੋਜ਼ ਸੰਬੰਧੀ ਮਨਜ਼ੂਰੀ ਮੰਗੀ ਜਾਵੇਗੀ ਤੇ FDA ਵੱਲੋਂ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਸੋ ਇਹ ਸਨ ਕੁਝ ਖਬਰਾਂ ਜਿਹੜੀਆਂ ਅਮਰੀਕਾ ਤੋਂ ਅੱਜ ਦਾ ਦਿਨ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।